ਡੀਅਰ ਸਟੂਡੈਂਟਸ, ਬੇਸਿਕ ਆਫ ਮੈਨੇਜਮੈਂਟ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਇਸ ਦਾ ਆਪਾਂ ਪਿਛਲੇ 2 ਲੈਕਚਰਸ ਦੇ ਵਿੱਚ ਆਪਾਂ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼ ਦੇ ਅੰਡਰ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਬਾਰੇ ਪੜ੍ਹਿਆ ਸੀ। ਅੱਜ ਆਪਾਂ ਉਸ ਤੋਂ ਨੈਕਸਟ ਮਟੀਰੀਅਲ ਐਂਡ ਸਟੋਰ ਮੈਨੇਜਮੈਂਟ ਉਸ ਦੇ ਬਾਰੇ ਡਿਸਕਸ ਕਰਾਂਗੇ। ਮਟੀਰੀਅਲ ਐਂਡ ਸਟੋਰ ਮੈਨੇਜਮੈਂਟ ਇਸ ਦੇ ਵਿੱਚ ਬੇਸਿਕਲੀ ਇਹ ਕੀ ਹੈ, ਕੰਟਰੋਲਿੰਗ ਦਾ ਕਾਈਂਡ, ਅਮਾਊਂਟ, ਲੋਕੇਸ਼ਨ, ਮੂਵਮੈਂਟ ਐਂਡ ਟਾਈਮਿੰਗ ਆਫ ਵੇਰੀਅਸ ਕਮੋਡਿਟੀਜ਼ ਯੂਜ਼ਡ ਇਨ ਪ੍ਰੋਡਕਸ਼ਨ ਬਾਈ ਐਨ ਇੰਡਸਟਰੀਅਲ ਐਂਟਰਪ੍ਰਾਈਜ਼ਸ। ਕੋਈ ਇੱਕ ਇੰਡਸਟਰੀ ਹੈ, ਉਸ ਦੇ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਉਸ ਦੇ ਵਿੱਚ ਚੀਜ਼ ਬਣ ਰਹੀ ਹੈ, ਉਹਦੀ ਪ੍ਰੋਡਕਸ਼ਨ ਦੇ ਵਿੱਚ ਜੋ ਚੀਜ਼ਾਂ ਯੂਜ਼ ਹੋ ਰਹੀਆਂ, ਰਾ ਮਟੀਰੀਅਲ ਯੂਜ਼ ਹੁੰਦਾ, ਮਸ਼ੀਨ ਯੂਜ਼ ਹੁੰਦੀ ਹੈ, ਕੋਈ ਉਸ ਨੂੰ ਸਰਵਿਸ ਚਾਹੀਦੀ ਹੈ, ਮਸ਼ੀਨ ਨੂੰ ਠੀਕ ਕਰਨ ਲਈ ਜਾਂ ਮਸ਼ੀਨ ਨੂੰ ਕੋਈ ਚੀਜ਼ਾਂ ਦੀ ਲੋੜ ਹੈ, ਲੁਬਰੀਕੇਸ਼ਨ ਦੀ ਲੋੜ ਹੈ, ਉਹ ਸਾਰੀਆਂ ਚੀਜ਼ਾਂ ਦਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਨਾਂ ਦੀ ਕਾਈਂਡ, ਉਹਨਾਂ 'ਤੇ ਕਿੰਨਾ ਪੈਸਾ ਲੱਗਣਾ ਹੈ, ਉਹ ਕਿੱਥੋਂ ਮਿਲਣੀਆਂ, ਕਿਵੇਂ ਆਉਣੀਆਂ, ਕਿਸ ਵੇਲੇ ਆਉਣੀਆਂ, ਇਹਨਾਂ ਸਾਰਿਆਂ ਨੂੰ ਕੰਟਰੋਲ ਕਰਨਾ ਇਹ ਹੈ ਮਟੀਰੀਅਲ ਐਂਡ ਸਟੋਰ ਮੈਨੇਜਮੈਂਟ। ਇਹ ਕਿਸੇ ਵੀ ਬਿਜ਼ਨਸ ਦਾ ਬੇਸਿਕ ਫੰਕਸ਼ਨ ਹੈ। ਇਹ ਸਾਡੀ ਪ੍ਰੋਡਕਟ ਨੂੰ ਵੈਲਿਊ ਐਡ ਕਰਦੀ ਹੈ ਕਿ ਜਿਹੜੀ ਪ੍ਰੋਡਕਟ ਇੱਕ ਅਸੀਂ ਬਣਾ ਰਹੇ ਹਾਂ, ਉਸ ਦੇ ਵਿੱਚ ਵੈਲਿਊ ਦੀ ਐਡੀਸ਼ਨ ਹੁੰਦੀ ਹੈ ਜਦੋਂ ਅਸੀਂ ਆਪਣਾ ਮਟੀਰੀਅਲ ਤੇ ਸਟੋਰ ਦੀ ਮੈਨੇਜਮੈਂਟ ਪ੍ਰੋਪਰ ਕਰਦੇ ਹਾਂ। ਇਟ ਡੀਲਸ ਵਿਦ ਕੰਟਰੋਲਿੰਗ ਐਂਡ ਰੈਗੂਲੇਟਿੰਗ ਦਾ ਫਲੋ ਆਫ ਮਟੀਰੀਅਲ, ਕਿ ਫਲੋ ਆਫ ਮਟੀਰੀਅਲ ਕਦੋਂ ਰਾ ਮਟੀਰੀਅਲ ਆ ਰਿਹਾ ਹੈ, ਬਾਕੀ ਮਟੀਰੀਅਲ ਕਿੱਥੇ ਜਾ ਰਿਹਾ ਹੈ, ਜਿਹੜਾ ਬਣਿਆ ਹੋਇਆ ਮਟੀਰੀਅਲ ਹੈ, ਪ੍ਰੋਡਕਟ ਹੈ, ਉਹ ਕਿੱਥੇ ਜਾ ਰਹੀ ਹੈ, ਕਿਵੇਂ ਜਾ ਰਹੀ, ਕਦੋਂ ਜਾ ਰਹੀ ਹੈ, ਕਿੰਨੇ ਦਾ ਆ ਰਿਹਾ ਸਮਾਨ, ਕਿੰਨੇ ਦਾ ਜਾ ਰਿਹਾ, ਇਹ ਸਾਰੇ ਦੀ ਮੈਨੇਜਮੈਂਟ ਹੈ ਮਟੀਰੀਅਲ ਐਂਡ ਸਟੋਰ ਮੈਨੇਜਮੈਂਟ। ਜੇਕਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ, ਮਟੀਰੀਅਲ ਮੈਨੇਜਮੈਂਟ ਦੀ ਜੋ ਡੈਫੀਨੇਸ਼ਨ ਹੈ, ਇਟ ਇਜ਼ ਫੰਕਸ਼ਨ ਆਫ ਬਿਜ਼ਨਸ which is responsible for coordination of planning, sourcing, purchasing, moving, storing and controlling material in an optimum manner। ਬਹੁਤ ਵਧੀਆ ਤਰੀਕੇ ਨਾਲ, ਸਭ ਤੋਂ ਘੱਟ ਖਰਚੇ ਨਾਲ ਤੇ ਸਭ ਤੋਂ ਵਧੀਆ ਤਰੀਕੇ ਨਾਲ ਤੇ ਪੂਰੇ ਟਾਈਮ ਤੇ, ਨਾ ਜਲਦੀ ਨਾ ਲੇਟ, ਆਪਟੀਮਮ ਮੈਨਰ ਦੇ ਵਿੱਚ ਜੇਕਰ ਅਸੀਂ ਇਸ ਨੂੰ ਕੰਟਰੋਲ ਕਰਦੇ ਹਾਂ ਤਾਂ ਸਾਰਾ ਜੋ ਹੈ ਸਾਡੀ ਜਿਹੜੀ ਮਟੀਰੀਅਲ ਮੈਨੇਜਮੈਂਟ ਹੈ ਅੱਛੀ ਹੋ ਜਾਂਦੀ ਹੈ, ਜਿਹਦੇ ਨਾਲ ਕਿ ਸਾਡਾ ਸਾਰੀ ਕੰਪਨੀ ਦਾ ਜੋ ਆਪਰੇਸ਼ਨ ਹੈ ਉਹ ਬਹੁਤ ਵਧੀਆ ਚੱਲਦਾ। ਆਬਜੈਕਟਿਵਸ ਆਫ ਮਟੀਰੀਅਲ ਮੈਨੇਜਮੈਂਟ, ਜਿਹੜੇ ਪੰਜ ਜਿਹੜੇ ਫੰਡਾਮੈਂਟਲ ਆਬਜੈਕਟਿਵ ਹੈ, ਜਿਨ੍ਹਾਂ ਦੇ ਵਿੱਚ 5 ਆਰ ਆਪਾਂ ਕਹਿ ਸਕਦੇ ਹਾਂ, 5 ਆਰਸ ਜਿਹੜੇ ਨੇ ਉਹ ਫੰਡਾਮੈਂਟਲ ਆਬਜੈਕਟਿਵ ਨੇ। ਕੀ ਚੀਜ਼ ਹੈ? ਸਮਾਨ ਦੇ ਬਾਰੇ ਵਿੱਚ ਹੈ, ਮਟੀਰੀਅਲ ਆਫ ਰਾਈਟ ਕੁਆਲਿਟੀ, ਇਨ ਰਾਈਟ ਕੁਆਂਟੀਟੀ, ਐਟ ਰਾਈਟ ਟਾਈਮ। ਚੰਗੀ ਕੁਆਲਿਟੀ ਦਾ, ਚੰਗੀ ਕੁਆਂਟੀਟੀ ਦਾ, ਸਹੀ ਟਾਈਮ ਤੇ, ਸਹੀ ਸੋਰਸ ਤੋਂ ਤੇ ਸਹੀ ਟਾਈਮ ਤੇ। ਇਹ 5 ਆਰ ਜਿਹੜੇ ਨੇ ਇਹ ਮਟੀਰੀਅਲ ਮੈਨੇਜਮੈਂਟ ਦੇ ਫੰਡਾਮੈਂਟਲ ਆਬਜੈਕਟਿਵ ਨੇ। ਇਸ ਤੋਂ ਬਾਅਦ ਕੀ ਆਬਜੈਕਟਿਵਸ ਆ ਜਾਂਦੀਆਂ, ਕੀ ਆਬਜੈਕਟਿਵਸ ਆਫ ਮਟੀਰੀਅਲ ਮੈਨੇਜਮੈਂਟ। ਇਸ ਦੇ ਵਿੱਚ ਡਿਟੇਲ ਦੇ ਵਿੱਚ ਹੈ, ਟੂ ਬਾਈ ਐਟ ਲੋਐਸਟ ਪ੍ਰਾਈਸ ਬਟ ਵਿਦ ਡਿਜ਼ਾਇਰਡ ਕੁਆਲਿਟੀ ਐਂਡ ਸਰਵਿਸ। ਸਮਾਨ ਸਸਤੇ ਤੋਂ ਸਸਤਾ ਖਰੀਦਣਾ ਪਰ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਜਿਹੜੀ ਕੁਆਲਿਟੀ ਦਾ ਚਾਹੀਦਾ ਉਹੀ ਲੈਣਾ, ਤੇ ਸਰਵਿਸ ਵੀ ਪ੍ਰੋਪਰ ਹੋਏ, ਕਿ ਇਹ ਨਾ ਹੋਏ ਕਿ ਜਦੋਂ ਲੋੜ ਹੈ ਉਦੋਂ ਸਮਾਨ ਨਾ ਮਿਲੇ। ਸਸਤਾ ਤਾਂ ਲੈ ਲਈਏ ਪਰ ਜਦੋਂ ਚਾਹੀਦਾ ਉਦੋਂ ਨਾ ਹੋਵੇ, 2 ਮਹੀਨੇ ਲੇਟ ਮਿਲਣਾ ਹੋਵੇ, ਫਿਰ ਇਹੋ ਜਿਹੇ ਸਸਤੇ ਦਾ ਕੋਈ ਫਾਇਦਾ ਨਹੀਂ। ਮੇਨਟੇਨ ਹਾਈ ਇਨਵੈਂਟਰੀ ਟਰਨਓਵਰ, ਵੀ ਜੋ ਸਮਾਨ ਆਇਆ ਨਾਲ ਦੀ ਨਾਲ ਖਪੇ, ਟਰਨਓਵਰ ਉਸ ਦਾ ਨਾਲ ਦੀ ਨਾਲ ਚੱਲੇ। ਇਨਵੈਂਟਰੀ ਮਤਲਬ ਜਿਹੜਾ ਆਪਣਾ ਸਟੋਰ ਹੈ, ਸਟੋਕ ਹੈ, ਉਸ ਦੇ ਵਿੱਚ ਕੁਛ ਵੀ ਜ਼ਿਆਦਾ ਦੇਰ ਜਮ੍ਹਾਂ ਨਾ ਰਹੇ। ਮੇਨਟੇਨ ਕੰਟੀਨਿਊਟੀ ਆਫ ਸਪਲਾਈ, ਜੋ ਸਪਲਾਈ ਹੈ ਆਉਂਦੀ ਵੀ ਰਹੇ ਟਾਈਮ ਸਿਰ ਕੰਟੀਨਿਊਸ, ਜਾਂ ਉਸ ਵਿੱਚੋਂ ਅੱਗੇ ਇਸ਼ੂ ਵੀ ਹੁੰਦੀ ਰਹੇ। ਡਿਵੈਲਪ ਅਲਟਰਨੇਟ ਸਪਲਾਈ ਸੋਰਸ ਟੂ ਪ੍ਰਮੋਟ ਕੰਪੀਟੀਟਿਵ ਐਟਮੋਸਫੀਅਰ, ਇਹ ਨਹੀਂ ਕਿ ਇੱਕੋ ਸੋਰਸ 'ਤੇ ਰਿਲਾਈ ਕਰੀਏ, 1-2 ਹੋਰ ਵੀ ਸੋਰਸ ਜਿੱਥੋਂ ਸਮਾਨ ਇਹੋ ਜਿਹਾ ਮਿਲਦਾ ਉਹਦੇ ਨਾਲ ਗੱਲਬਾਤ ਕਰਕੇ ਰੱਖੀਏ, ਕਿਤੇ ਕਿਤੇ ਉਹਨਾਂ ਤੋਂ ਚੀਜ਼ ਲੈ ਵੀ ਲਈਏ, ਤਾਂ ਕਿ ਸਾਰਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਵੀ ਬਣੀ ਰਹੇ, ਤੇ ਸਾਨੂੰ ਇਹ ਨਾ ਹੋਏ ਕਿ ਇੱਕ ਕੰਪਨੀ ਜ਼ਿਆਦਾ ਹੀ ਸਾਨੂੰ ਬਲੈਕਮੇਲ ਕਰੇ, ਜਾਂ ਸਾਨੂੰ ਇਹ ਕਹੇ ਕਿ ਮੈਂ ਤਾਂ ਇਸ ਰੇਟ 'ਤੇ ਦੇਣਾ ਜਾਂ ਇਸ ਵੇਲੇ ਦੇਣਾ। ਜਦੋਂ ਇਸ ਤਰ੍ਹਾਂ ਦਾ ਕੰਪੀਟੀਟਿਵ ਇਨਵਾਇਰਮੈਂਟ ਬਣਿਆ ਰਹਿੰਦਾ ਤਾਂ ਕੰਪਨੀ ਨੂੰ ਬਹੁਤ ਫਾਇਦਾ ਹੁੰਦਾ ਹੈ। ਇੰਪਰੂਵ ਐਫੀਸ਼ੀਐਂਸੀ ਆਫ ਪ੍ਰੋਸੀਜਰ, ਇਹ ਜਿਹੜੇ ਪ੍ਰੋਸੀਜਰ ਚੱਲ ਰਹੇ ਨੇ ਕੰਪਨੀ ਦੇ ਵਿੱਚ, ਜਦੋਂ ਉਹਨਾਂ ਨੂੰ ਟਾਈਮ 'ਤੇ ਸਮਾਨ ਮਿਲੇਗਾ ਤੇ ਉਹਦਾ ਪ੍ਰੋਸੀਜਰ ਦੀ ਆਪਣੇ ਆਪ ਐਫੀਸ਼ੀਐਂਸੀ ਇੰਪਰੂਵ ਹੋਏਗੀ।
ਡਿਵੈਲਪ ਐਂਡ ਮੇਨਟੇਨ ਗੁੱਡ ਸਪਲਾਇਰ ਰਿਲੇਸ਼ਨਸ਼ਿਪ, ਜਿਹੜਾ ਸਪਲਾਇਰ ਹੈ ਉਹਦੇ ਨਾਲ ਅੱਛੇ ਰਿਲੇਸ਼ਨ ਮੇਨਟੇਨ ਕਰਨੇ ਆ, ਇਹ ਇਹਦਾ ਕੀ ਆਬਜੈਕਟਿਵ ਹੈ ਮਟੀਰੀਅਲ ਮੈਨੇਜਮੈਂਟ ਦਾ। ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਵਿਦ ਯੂਜ਼ਰ ਡਿਪਾਰਟਮੈਂਟ, ਜੋ ਕੰਪਨੀਆਂ ਦੇ ਵਿੱਚ ਯੂਜ਼ ਕਰ ਰਹੇ ਡਿਪਾਰਟਮੈਂਟ ਨੇ ਉਹਨਾਂ ਦੇ ਨਾਲ ਵੀ ਸਾਡਾ ਕੋਆਪਰੇਸ਼ਨ ਹੋਵੇ, ਕੋਆਰਡੀਨੇਸ਼ਨ ਵੀ ਪੂਰੀ ਹੋਵੇ ਕਿ ਜਦੋਂ ਉਹਨਾਂ ਨੂੰ ਚਾਹੀਦਾ ਸਮਾਨ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਮੰਗਾ ਲਈਏ, ਅਤੇ ਇਹ ਵੀ ਨਾ ਹੋਏ ਕਿ ਉਹਨਾਂ ਨੂੰ ਲੇਟ ਚਾਹੀਦਾ ਅਸੀਂ ਪਹਿਲਾਂ ਹੀ ਸਟੋਰ ਕਰਕੇ ਰੱਖ ਲਈਏ, ਸਾਡੇ ਸਟੋਰ ਦੇ ਵਿੱਚ ਭੀੜ ਹੋ ਜੇ ਸਮਾਨ ਦੀ, ਇਹ ਵੀ ਠੀਕ ਨਹੀਂ ਹੁੰਦਾ। ਗੁੱਡ ਮੇਨਟੇਨੈਂਸ ਆਫ ਰਿਕਾਰਡ ਫॉर ਆਡਿਟ ਪਰਪਜ਼, ਜੋ ਵੀ ਸਮਾਨ ਆਇਆ ਕਿੰਨਾ ਆਇਆ, ਕਿੱਥੋਂ ਆਇਆ, ਕਦੋਂ ਆਇਆ, ਅੱਗੇ ਕਿਹਨੂੰ ਇਸ਼ੂ ਕੀਤਾ, ਕਦੋਂ ਕੀਤਾ, ਕਿੰਨੀ ਕੁਆਂਟੀਟੀ ਕੀਤੀ, ਉਹ ਸਾਰਾ ਮੇਨਟੇਨ, ਉਹਨੇ ਅੱਗੇ ਕਿੱਥੇ ਯੂਜ਼ ਕੀਤਾ ਉਹਨੂੰ ਵੀ ਕਿ ਦੱਸਣਾ, ਉਹਦਾ ਰਿਕਾਰਡ ਵੀ ਚੈੱਕ ਕਰਨਾ ਤਾਂ ਕਿ ਕੱਲ੍ਹ ਨੂੰ ਆਡਿਟ ਹੁੰਦਾ ਹੈ, ਸਾਡੀ ਚੈਕਿੰਗ ਹੁੰਦੀ ਹੈ ਤਾਂ ਸਾਡੇ ਕੋਲ ਪੂਰਾ ਰਿਕਾਰਡ ਪੇਸ਼ ਕਰਨ ਜੋਗਾ ਹੋਵੇ। ਫੰਕਸ਼ਨਸ ਆਫ ਮਟੀਰੀਅਲ ਮੈਨੇਜਮੈਂਟ, ਇਸ ਦੇ 4 ਮੇਨ ਫੰਕਸ਼ਨਸ ਹੈ। ਮਟੀਰੀਅਲ ਪਲੈਨਿੰਗ ਐਂਡ ਕੰਟਰੋਲ ਫੰਕਸ਼ਨ, ਕਿ ਪਹਿਲਾਂ ਅਸੀਂ ਪਾਰਟਸ ਜਿਹੜੇ ਮਤਲਬ ਕਿ ਆਪਾਂ ਡਿਵਾਈਡ ਕੀਤਾ ਕਿ ਆਪਣੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਪਾਰਟਸ ਦੇ ਵਿੱਚ ਹਰੇਕ ਰਿਕੁਆਇਰਮੈਂਟ ਨੂੰ ਅਸੀਂ ਇੰਡੀਵਿਜੂਅਲ ਰਿਕੁਆਇਰਮੈਂਟ ਹਰੇਕ ਪਾਰਟ ਦੀ ਐਸਟੀਮੇਟ ਲਈ ਵੀ ਇਹਨੂੰ ਕਿੰਨਾ ਕਦੋਂ ਕਿੰਨਾ ਸਮਾਨ ਚਾਹੀਦਾ ਹੈ, ਫਿਰ ਉਸ ਦਾ ਬਜਟ ਤਿਆਰ ਕੀਤਾ। ਫਿਰ ਆਪਣੀ ਇਨਵੈਂਟਰੀ ਅਸੀਂ ਕਿੰਨੀ ਦੇਰ ਦਾ ਸਟੋਰ ਕਰਕੇ ਰੱਖਣਾ ਹੈ ਜਾਂ ਕਿੰਨੀ ਦੇਰ ਦਾ ਸਟੋਰ ਕਰਕੇ ਰੱਖ ਸਕਦੇ ਹਾਂ, ਉਹ ਇਹਦੇ ਵਿੱਚ ਅਸੀਂ ਸਾਡਾ ਪਹਿਲਾ ਮਟੀਰੀਅਲ ਪਲੈਨਿੰਗ ਐਂਡ ਕੰਟਰੋਲ ਦੇ ਵਿੱਚ ਆ ਜਾਂਦਾ ਹੈ। ਫਿਰ ਆਰਡਰ ਕਦੋਂ ਕਦੋਂ ਦੇਣੇ ਹੈ, ਵੀ ਸਾਨੂੰ ਇਹ ਪਤਾ ਹੈ ਕਿ ਇਸ ਬੰਦੇ ਨੇ 4 ਦਿਨ ਲਾ ਦੇਣੇ ਹੈ, ਉਹਨੂੰ ਸਾਨੂੰ 5-6 ਦਿਨ ਪਹਿਲਾਂ ਆਰਡਰ ਕਰਨਾ ਪਏਗਾ ਤਾਂ ਕਿ ਸਾਡੇ ਕੋਲ ਸਮੇਂ ਸਿਰ ਸਮਾਨ ਪਹੁੰਚ ਜਾਏ। ਮੋਨੀਟਰਿੰਗ ਦਾ ਪਰਫਾਰਮੈਂਸ ਇਨ ਰਿਲੇਸ਼ਨ ਟੂ ਪ੍ਰੋਡਕਸ਼ਨ ਐਂਡ ਸੇਲਸ, ਅਸੀਂ ਇਹ ਵੀ ਚੈੱਕ ਕਰਨਾ ਹੈ ਕਿ ਜਿਹੜਾ ਸਮਾਨ ਅਸੀਂ ਦੇ ਰਹੇ ਹਾਂ, ਚਲੋ ਲੈ ਤਾਂ ਰਹੇ ਹਾਂ ਸਮੇਂ ਸਿਰ, ਅੱਗੇ ਜੋ ਸਮਾਨ ਬਣ ਰਿਹਾ ਉਹ ਵੀ ਨਾ ਸਮੇਂ ਸਿਰ ਵਿਕ ਵੀ ਰਿਹਾ ਹੋਵੇ, ਇਹ ਨਾ ਹੋਏ ਕਿ ਅਸੀਂ ਉਹ ਸਮਾਨ ਜਿਹੜਾ ਬਣਾ ਕੇ ਰੱਖੀ ਜਾਈਏ ਉਹ ਵੀ ਸਟੋਰ ਕਰਨਾ ਠੀਕ ਨਹੀਂ ਹੈ। ਨੈਕਸਟ ਹੈ ਪਰਚੇਜਿੰਗ ਫੰਕਸ਼ਨ, ਇਹ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਫੰਕਸ਼ਨ ਹੈ ਮਟੀਰੀਅਲ ਮੈਨੇਜਮੈਂਟ ਦਾ, ਕਿਉਂਕਿ ਬਿਜ਼ਨਸ ਦਾ ਸਕਸੈਸ ਪਰਚੇਜ 'ਤੇ ਡਿਪੈਂਡ ਕਰਦਾ ਹੈ। ਸਾਡਾ ਸੋਰਸ ਆਫ ਸਪਲਾਈ ਕਿਹੋ ਜਿਹਾ ਹੈ, ਪਰਚੇਜ ਆਰਡਰ ਅਸੀਂ ਕਿਵੇਂ ਕਰਦੇ ਹਾਂ, ਫੋਲੋ ਅਪ ਕਿਵੇਂ ਰੱਖਦੇ ਹਾਂ, ਸਪਲਾਇਰ ਨਾਲ ਸਾਡੇ ਕੀ ਰਿਲੇਸ਼ਨ ਹੈ, ਕਿਵੇਂ ਅਸੀਂ ਉਹਨਾਂ ਦੀ ਇੰਸਪੈਕਸ਼ਨ ਕਰਦੇ ਹਾਂ, ਸਮਾਨ ਕਿਹੋ ਜਿਹਾ ਲੈਂਦੇ ਹਾਂ, ਸਮੇਂ ਸਿਰ ਲੈਂਦੇ ਹਾਂ, ਇਹ ਸਾਰਾ ਪਰਚੇਜਿੰਗ ਫੰਕਸ਼ਨ ਇਹਦਾ ਇੱਕ ਜਿਹੜਾ ਸਾਡਾ ਮਟੀਰੀਅਲ ਮੈਨੇਜਮੈਂਟ ਦਾ ਖਾਸ ਫੰਕਸ਼ਨ ਹੈ। ਸਟੋਰ ਮੈਨੇਜਮੈਂਟ ਫੰਕਸ਼ਨ, ਜਿਹੜੇ ਸਾਡੇ ਸਟੋਰ ਹੈ ਕੰਪਨੀ ਦੇ ਅੰਦਰ ਜਿੱਥੇ ਸਮਾਨ ਆ ਕੇ ਸਾਡੇ ਕੋਲ ਪਹਿਲਾਂ ਅਸੀਂ ਰਿਸੀਵ ਕਰਦੇ ਹਾਂ, ਉਹਦੇ 'ਚ ਅਸੀਂ ਪਹਿਲਾਂ ਮਟੀਰੀਅਲ ਅਸੀਂ ਰਿਸੀਵ ਕਰਦੇ ਹਾਂ, ਫਿਰ ਰਿਕਾਰਡ ਬਣਾਉਂਦੇ ਉਹਦਾ ਪੂਰਾ, ਫਿਰ ਉਹਨੂੰ ਟਾਈਮਲੀ ਡਿਸਪੋਜ਼ ਕਰਦੇ ਹਾਂ ਕਿ ਜਿੱਥੇ ਜਿੰਨੇ ਮੰਗਿਆ ਉਹਨੂੰ ਉਨਾ ਸਮਾਨ ਮਿਲ ਜਾਏ, ਅਤੇ ਉਹਨੂੰ ਅਸੀਂ ਅੱਗੇ ਫਰਦਰ ਜਿਹੜਾ ਹੈ ਉਸ ਦਾ ਰਿਕਾਰਡ ਵੀ ਰੱਖੀਏ, ਅਤੇ ਕਿੱਥੇ ਕਿੱਥੇ ਉਸ ਦੀ ਲੋਕੇਸ਼ਨ ਵੀ ਪ੍ਰੋਪਰ ਹੋਏ ਕਿ ਜਦੋਂ ਚਾਹੀਦਾ ਹੈ ਸਮਾਨ ਤਾਂ ਇਹ ਨਾ ਹੋਏ ਕਿ ਹੈਵੀ ਸਮਾਨ ਅਸੀਂ ਪਹਿਲਾਂ ਉੱਪਰ ਬਹੁਤ ਉੱਪਰ ਰੱਖ ਦਈਏ, ਪਹਿਲਾਂ ਲਿਜਾਣ ਨੂੰ ਉਹਦੇ ਮਿਹਨਤ ਲੱਗੇ, ਫਿਰ ਉਹਨੂੰ ਵਾਪਸ ਲਿਆਉਣ ਨੂੰ ਮਿਹਨਤ ਲੱਗੇ। ਜਿੱਥੇ ਜਿੱਥੇ ਸਟੋਰ ਹੈਗੇ ਹੈ, ਜਿੱਥੇ ਜਿੱਥੇ ਸਮਾਨ ਜਾਣਾ ਹੈ, ਪਹਿਲਾਂ ਹੀ ਪ੍ਰੋਪਰ ਲੋਕੇਸ਼ਨ ਉਸ ਦੀ ਫਾਈਂਡ ਕਰਕੇ ਚੈੱਕ ਕਰਕੇ ਸਿਲੈਕਟ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਹੀ ਸਮੇਂ 'ਤੇ ਸਹੀ ਸਮਾਨ ਜਿਹੜਾ ਹੈ ਉਹ ਦੇ ਸਕੀਏ। ਇਨਵੈਂਟਰੀ ਕੰਟਰੋਲ ਫੰਕਸ਼ਨ, ਜਿਹੜੇ ਇਨਵੈਂਟਰੀ ਲੈਵਲ ਹੈ ਉਹ ਵੀ ਨਾ ਤਾਂ ਉਹਦੇ ਸ਼ੋਰਟੇਜ ਹੋਵੇ ਅਤੇ ਨਾ ਹੀ ਬਹੁਤ ਜ਼ਿਆਦਾ ਐਕਸੈਸ ਹੋਵੇ, ਆਪਾਂ ਪਹਿਲਾਂ ਵੀ ਡਿਸਕਸ ਕੀਤਾ। ਇਹ ਜਿਹੜਾ ਹੈ ਇਨਵੈਂਟਰੀ ਵੀ ਸਾਡੀ ਪੂਰੀ ਤਰ੍ਹਾਂ ਅੰਡਰ ਕੰਟਰੋਲ ਹੋਣੀ ਚਾਹੀਦੀ ਹੈ। ਇਸ ਤੋਂ ਅੱਗੇ ਪਰਚੇਜ਼ਿੰਗ ਵੀ ਮਟੀਰੀਅਲ ਐਂਡ ਸਟੋਰ ਮੈਨੇਜਮੈਂਟ ਦੀ ਇੱਕ ਖਾਸ ਪ੍ਰੋਸੈਸ ਹੈ, ਜਿਵੇਂ ਆਪਾਂ ਪਹਿਲਾਂ ਦੇਖਿਆ, ਹੁਣ ਇਹਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਪਰਚੇਜ਼ਿੰਗ ਜਿਹੜਾ ਬੇਸਿਕ ਪ੍ਰੋਸੈਸ ਹੈ, ਸਾਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਮਟੀਰੀਅਲ ਪਰਚੇਜ ਕਰਨਾ ਹੀ ਪਏਗਾ, ਮਸ਼ੀਨ ਵੀ ਪਰਚੇਜ ਕਰਨੀ ਪਏਗੀ, ਇਹ ਕਾਮਨ ਪ੍ਰੋਸੈਸ ਹੈ। ਇਹਦੇ 'ਚ ਸਾਡਾ ਜਿਹੜਾ ਮੇਨ ਮੋਟਿਵ ਹੈ ਐਕਵਾਇਰਿੰਗ ਗੁੱਡਸ ਐਂਡ ਸਰਵਿਸਿਜ਼ ਟੂ ਅਕੰਪਲਿਸ਼ ਦਾ ਗੋਲਸ ਆਫ ਐਨ ਆਰਗੇਨਾਈਜੇਸ਼ਨ, ਜਿਹੜੇ ਸਾਡੇ ਆਰਗੇਨਾਈਜੇਸ਼ਨ ਦੇ ਗੋਲ ਨੇ ਉਹਨਾਂ ਨੂੰ ਅਚੀਵ ਕਰਨਾ, ਅਕੰਪਲਿਸ਼ ਕਰਨਾ, ਉਹਦੇ ਲਈ ਸਾਨੂੰ ਗੁੱਡਸ ਸਮਾਨ ਅਤੇ ਸਰਵਿਸਿਜ਼ ਲੈਣੀਆਂ ਪੈਣਗੀਆਂ, ਉਹ ਪਰਚੇਜ ਹੀ ਕਰਨੀਆਂ ਪੈਣਗੀਆਂ। ਟੂ ਅਰੇਂਜ ਦਾ ਸਪਲਾਈ ਆਫ ਮਟੀਰੀਅਲ, ਸਪੇਅਰ ਪਾਰਟਸ ਐਂਡ ਸਰਵਿਸ, ਜੋ ਸਾਡੇ ਮਟੀਰੀਅਲ ਹੈ, ਰਾ ਮਟੀਰੀਅਲ ਹੈ, ਕੋਈ ਸਪੇਅਰ ਪਾਰਟ ਹੈ, ਸਰਵਿਸ ਹੈ, ਜਿਵੇਂ ਮਸ਼ੀਨ ਦੀ ਕੋਈ ਜ਼ਰੂਰਤ ਹੈ, ਉਹ ਸਾਰਾ ਕੁਝ ਸਾਨੂੰ ਪਰਚੇਜਿੰਗ ਦੇ ਅੰਡਰ ਸਾਨੂੰ ਕਰਨਾ ਪਏਗਾ। ਡੈਫੀਨੇਸ਼ਨਸ ਆਫ ਪਰਚੇਜ਼ਿੰਗ, 2-3 ਡੈਫੀਨੇਸ਼ਨ ਇਹਦੀਆਂ ਖਾਸ ਜਿਹੜੀਆਂ ਸਾਇੰਟਿਸਟ ਵੱਲੋਂ ਦਿੱਤੀਆਂ ਗਈਆਂ ਨੇ। ਪਰਚੇਜ਼ਿੰਗ ਇਜ਼ ਏ ਮੈਨੇਜਰੀਅਲ ਐਕਟੀਵਿਟੀ ਦੈਟ ਗੋਜ਼ ਟੂ ਸਿੰਪਲ ਐਕਟ ਆਫ ਬਾਇੰਗ, ਜੋ ਅਸੀਂ ਖਰੀਦਣਾ ਹੈ
ਉਹ ਉਸ ਨੂੰ ਸਿੰਪਲ ਵੇ ਦੇ ਵਿੱਚ ਸਾਡੇ ਕੋਲ ਉਹ ਐਕਸ਼ਨ ਹੋਵੇ। ਇਹ ਇੱਕ ਇਸ ਤਰ੍ਹਾਂ ਦੀ ਐਕਟੀਵਿਟੀ ਹੈ, ਮੈਨੇਜਮੈਂਟ ਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਬਾਏ ਜੋ ਵੀ ਕਰਨਾ ਉਹ ਸਿੰਪਲੀ ਅਸੀਂ ਕਰ ਸਕੀਏ। Purchasing is procurement of material, supplies, machines, tools and services required for maintenance and operation। ਮਸ਼ੀਨਾਂ ਨੂੰ ਚਾਹੇ ਮਸ਼ੀਨ ਖਰੀਦਣੀ ਹੈ, ਮਸ਼ੀਨ ਦੀ ਸਰਵਿਸ ਕਰਨੀ ਹੈ, ਮੇਨਟੇਨੈਂਸ ਕਰਨੀ ਹੈ, ਟੂਲ ਚਾਹੀਦੇ ਹੈ ਜਾਂ ਮਟੀਰੀਅਲ ਚਾਹੀਦਾ ਹੈ, ਉਹ ਸਾਰਾ ਜਿਹੜਾ ਹੈਗਾ ਉਹ ਸਾਰਾ ਉਸ ਨੂੰ ਪ੍ਰੋਕਿਓਰ ਕਰਨਾ, ਉਹਨਾਂ ਨੂੰ ਇਕੱਠਾ ਕਰਨਾ, ਉਹਨਾਂ ਨੂੰ ਖਰੀਦਣਾ, ਇਹ ਪਰਚੇਜ਼ਿੰਗ ਹੈ। ਤੀਸਰੀ ਡੈਫੀਨੇਸ਼ਨ ਹੈ ਪਰਚੇਜ਼ਿੰਗ ਇਜ਼ ਆਪਰੇਸ਼ਨ to produce goods and service of desired quality and quantity at lowest price and at desired time। ਇਹਦੇ ਬਾਰੇ ਆਪਾਂ ਪਹਿਲਾਂ ਡਿਸਕਸ ਕੀਤਾ ਹੈ ਕਿ ਘੱਟ ਚੀਪ ਐਂਡ ਬੈਸਟ, ਆਪਾਂ ਇਹਦਾ ਇੱਕ ਵਰਡ 'ਚ ਆਪਾਂ ਕਹੀਏ, ਦੋ ਵਰਡਸ ਦੇ ਵਿੱਚ, ਕਿ ਚੀਪ ਐਂਡ ਬੈਸਟ ਅਸੀਂ ਚੀਜ਼ ਖਰੀਦਣੀ, ਇਹ ਪਰਚੇਜ਼ਿੰਗ ਹੈ, ਇਹ ਇਸ ਦੀ ਮੈਨੇਜਮੈਂਟ ਹੈ। Objectives of purchasing: maintain quality and value of product, locate new materials as required, ensure continuous and regular supply of raw material and goods, keep inventory as low as possible, store ਦੇ ਵਿੱਚ ਬਹੁਤਾ ਰਸ਼ ਨਹੀਂ ਕਰਨਾ, prevent theft and wastage, ਸਟੋਰ ਦੇ ਵਿੱਚ ਉਹਨੂੰ ਪ੍ਰੋਪਰ ਰੱਖੋ ਕਿ ਇੱਕ ਤਾਂ ਵੇਸਟ ਨਾ ਹੋਏ ਚੀਜ਼, ਇੱਕ ਇਹੋ ਜਿਹੀ ਥਾਂ 'ਤੇ ਉਹਨੂੰ ਪ੍ਰੋਪਰ ਰੱਖੋ ਕਿ ਕੋਈ ਐਵੇਂ ਵੀ ਕੰਮ ਕਰਦੇ ਵਰਕਰ ਹੀ ਨਾ ਉਹਨੂੰ ਚੱਕ ਕੇ ਲੈ ਜਾਣ ਜਾਂ ਹੋਰ ਕਿਤੋਂ ਬਾਹਰੋਂ ਨਾ ਕੋਈ ਚੋਰੀ ਕਰਕੇ ਲੈ ਜੇ। ਪ੍ਰੋਪਰ ਮੇਨਟੇਨ ਕਰਕੇ ਰੱਖਣਾ ਹੈ ਜੋ ਪਰਚੇਜ ਕੀਤਾ ਉਹਨੂੰ ਸਟੋਰ ਦੇ ਵਿੱਚ। ਮਿਨੀਮਾਈਜ਼ ਕੋਸਟ ਐਂਡ ਮੈਕਸੀਮਾਈਜ਼ ਪ੍ਰੋਫਿਟ, ਸਾਡੇ ਪਰਚੇਜਿੰਗ ਦਾ ਇਹ ਇੱਕ ਮੇਨ ਓਬਜੈਕਟਿਵ ਹੈ ਕਿ ਜਿਹੜਾ ਉਹਦੇ 'ਤੇ ਕੋਸਟ ਹੈ ਘੱਟ ਤੋਂ ਘੱਟ ਹੋਵੇ ਅਤੇ ਪ੍ਰੋਫਿਟ ਉਹਦੇ ਵਿੱਚ ਵੱਧ ਤੋਂ ਵੱਧ ਹੋਵੇ। ਗੁੱਡ ਰਿਲੇਸ਼ਨ ਵਿਦ ਸਪਲਾਇਰਸ, ਜੇ ਸਪਲਾਇਰ ਨਾਲ ਵਧੀਆ ਰਿਲੇਸ਼ਨ ਹੋਣਗੇ, ਅੱਛਾ ਉਹਨਾਂ ਨਾਲ ਫੋਲੋਅਪ ਰੱਖਾਂਗੇ, ਤਾਂ ਹੀ ਸਾਡੇ ਕੋਲ ਮਟੀਰੀਅਲ ਸਮੇਂ ਸਿਰ ਆਏਗਾ, ਚੰਗਾ ਆਏਗਾ ਅਤੇ ਠੀਕ ਰੇਟ 'ਤੇ ਆਏਗਾ, ਅਤੇ ਸਾਡੀ ਜਿਹੜੀ ਪ੍ਰੋਡਕਟ ਹੈ ਉਹ ਸਮੇਂ ਸਿਰ 'ਤੇ ਵਧੀਆ ਤਿਆਰ ਹੋਏਗੀ। ਪਰਚੇਜਿੰਗ ਪ੍ਰੋਸੀਜਰ ਦੇ ਜਿਹੜੇ ਮੈਥਡ ਹੈ, ਕੋਈ ਵੀ ਚੀਜ਼ ਅਸੀਂ ਖਰੀਦਣੀ ਹੈ, ਪਹਿਲਾਂ ਉਸ ਨੂੰ ਅਸੀਂ ਰਿਕੋਗਨਾਈਜ਼ ਕਰਨਾ ਕਿ ਕਿਹੜੀ ਚੀਜ਼ ਚਾਹੀਦੀ ਹੈ, ਅਤੇ ਉਸ ਦੀ ਡਿਸਕ੍ਰਿਪਸ਼ਨ ਕਰਨੀ ਹੈ ਕਿ ਕਿੰਨੀ ਚਾਹੀਦੀ ਹੈ ਅਤੇ ਕੀ ਉਹਦੀਆਂ ਸਪੈਸੀਫਿਕੇਸ਼ਨ ਹੈ। ਮੰਨ ਲਓ ਅਸੀਂ ਇੱਕ ਕਿਸੇ ਕੰਪਨੀ ਦੇ ਲਈ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਾਰ ਕੰਪਨੀ ਹੈ, ਉੱਥੇ ਟਾਇਰ ਚਾਹੀਦੇ ਨੇ, ਟਾਇਰ ਕਿੰਨੀ ਉਹਦੀ ਪਲਾਈ ਚਾਹੀਦੀ ਹੈ, ਕਿੰਨੀ ਉਹਦੀ ਮੋਟਾਈ ਚਾਹੀਦੀ ਹੈ, ਕਿੰਨੀ ਚੌੜਾਈ ਚਾਹੀਦੀ ਹੈ, ਕਿੰਨੀ ਥਿਕਨੈਸ ਚਾਹੀਦੀ ਹੈ, ਇਹ ਸਾਰਾ ਜੋ ਹੈ ਉਹਦੀਆਂ ਸਪੈਸੀਫਿਕੇਸ਼ਨਾਂ ਆਉਣਗੀਆਂ, ਡਿਮੈਂਸ਼ਨਾਂ ਆਉਣਗੀਆਂ, ਕਿੰਨੇ ਐਂਗਲ 'ਤੇ ਕਿੱਥੋਂ ਕੀ ਚਾਹੀਦਾ, ਸਾਰਾ ਇਹ ਜਿਹੜਾ ਹੈ ਉਸ ਦੀ ਡਿਸਕ੍ਰਿਪਸ਼ਨ ਹੋ ਗਈ ਜਾਂ ਉਹਦੀਆਂ ਸਪੈਸੀਫਿਕੇਸ਼ਨਾਂ ਹੋ ਗਈਆਂ। ਉਸ ਤੋਂ ਬਾਅਦ ਅਸੀਂ ਕਰਾਂਗੇ ਟਰਾਂਸਮਿਸ਼ਨ ਆਫ ਨੀਡ, ਅਸੀਂ ਉਸ ਨੂੰ ਐਡਵਰਟਾਈਜ਼ ਕਰਾਂਗੇ, ਅਖਬਾਰਾਂ ਦੇ ਰਾਹੀਂ ਕਰ ਸਕਦੇ ਹਾਂ, ਇੰਟਰਨੈਟ 'ਤੇ ਕਰ ਸਕਦੇ ਹਾਂ, ਜਿਹੜੇ ਸੋਰਸਿਸ ਦਾ ਸਾਨੂੰ ਪਤਾ ਹੈ ਕਿ ਆਹ ਟਾਇਰ ਕੰਪਨੀਆਂ ਹੈਗੀਆਂ, ਇਹਨਾਂ ਨੂੰ ਈਮੇਲ ਪਾ ਸਕਦੇ ਹਾਂ ਕਿ ਸਾਨੂੰ ਇੰਨੇ ਟਾਇਰ ਇੰਨੀ ਤਰੀਕ ਤੱਕ ਅਤੇ ਇਸ ਡਿਸਕ੍ਰਿਪਸ਼ਨ ਦੇ ਸਾਨੂੰ ਚਾਹੀਦੇ ਨੇ, ਦੱਸੋ ਤੁਸੀਂ ਕਿੰਨੇ ਦੇ ਦਿਓਗੇ, ਕਿੰਨੇ ਪੈਸੇ ਲਓਗੇ। ਸੋ ਉਹਦੇ ਮੁਤਾਬਕ ਫਿਰ ਉਹਦੀਆਂ ਕੋਟੇਸ਼ਨਸ ਆਉਣਗੀਆਂ ਵਾਪਸ, ਕੋਈ ਸਮਾਂ ਦੇ ਦਾਂਗੇ ਇੰਨੀ ਦੇਰ ਦੇ ਵਿੱਚ ਸਾਨੂੰ ਕੋਟੇਸ਼ਨ ਦਿਓ, ਉਹਨਾਂ ਦੇ ਵਿੱਚੋਂ ਅਸੀਂ ਸਿਲੈਕਟ ਕਰਾਂਗੇ ਜੇ ਸਾਡੀ ਜਿਹੜੀ ਨੀਡ ਹੈ ਉਹਨੂੰ ਸੈਟਿਸਫਾਈ ਕਰਦਿਆਂ ਹੋਇਆਂ ਕਿਹੜਾ ਸੋਰਸ ਹੈ ਉਹ ਸਾਡੇ ਲਈ ਚੀਪ ਵੀ ਹੈ ਅਤੇ ਬੈਸਟ ਵੀ ਹੈ। ਮਤਲਬ ਇਹ ਨਾ ਹੋਏ ਕਿ ਸਾਨੂੰ ਚਾਹੀਦਾ ਹੈ ਜੀ, ਸਾਨੂੰ 15-15 ਦਿਨ ਬਾਅਦ ਮੰਨ ਲਓ ਸਾਨੂੰ 10-10 ਹਜ਼ਾਰ ਟਾਇਰ ਚਾਹੀਦੇ ਨੇ ਜਾਂ ਲੱਖ ਟਾਇਰ ਚਾਹੀਦਾ ਹੈਗਾ ਮਹੀਨੇ ਦੇ ਅੰਦਰ, ਅਤੇ ਹਰ ਮਹੀਨੇ ਸਾਨੂੰ ਚਾਹੀਦੇ ਹੈ, ਅਸੀਂ 1 ਸਾਲ ਦਾ ਉਹਦੇ ਨਾਲ ਕੰਟਰੈਕਟ ਮੰਨ ਲਓ ਕਰ ਵੀ ਲੈਂਦੇ ਹਾਂ। ਉਹ ਕਹੇ ਨਹੀਂ ਜੀ ਮੈਂ ਤਾਂ 15 ਦਿਨ ਬਾਅਦ ਹੀ ਤੁਹਾਨੂੰ ਲੱਖ ਟਾਇਰ ਦਿਆਂਗਾ, ਉਸ ਤੋਂ ਪਹਿਲਾਂ ਫਿਰ ਅਸੀਂ ਕੀ ਕਰਾਂਗੇ, ਇੰਨੇ ਟਾਇਰ ਉੱਥੇ ਕਿੱਥੇ ਰੱਖਾਂਗੇ ਜਦੋਂ ਸਾਡੇ ਉੱਥੇ ਵਰਤੋਂ 'ਚ ਨਹੀਂ ਆਣੇ। ਵੀ ਉਹ ਹਰ 15 ਦਿਨ ਬਾਅਦ ਲੱਖ ਟਾਇਰ ਦੇ ਜੇ ਅਤੇ 6 ਮਹੀਨੇ 'ਚ ਆਪਣਾ ਕੰਮ ਮੁਕਾ ਦੇ। ਸਾਨੂੰ ਤਾਂ ਇਹ ਬੈਟਰ ਹੈ ਕਿ ਸਾਨੂੰ ਮਹੀਨੇ 'ਚ ਲੱਖ ਟਾਇਰ ਚਾਹੀਦੇ ਨੇ, ਉਹ ਸਾਨੂੰ ਦੇ ਤੂੰ, ਅਤੇ ਨਾਲੇ ਸਾਨੂੰ ਇਹ ਦੂਜੀ ਕੰਪਨੀ ਇਹ ਕਹੇ ਮੈਂ ਤਾਂ 2 ਮਹੀਨੇ ਬਾਅਦ ਦਿਆਂਗਾ, ਤਾਂ ਉਹ ਵੀ ਨਹੀਂ ਸਾਡੇ ਕੰਮ ਦਾ। ਸੋ ਇਸ ਤਰ੍ਹਾਂ ਅਸੀਂ ਸਿਲੈਕਟ ਕਰਨਾ ਸੋਰਸ ਨੂੰ, ਉਹਦੇ ਨਾਲ ਕੰਟਰੈਕਟ ਕਰਨਾ, ਉਹਨੂੰ ਆਰਡਰ ਦੇਣੇ ਆ, ਜਿਹਨੂੰ ਅਸੀਂ ਐਕਸੈਪਟ ਕਰ ਲਿਆ ਉਹਦੇ ਨਾਲ ਕੰਟਰੈਕਟ ਫਾਈਨਲ ਕਰਾਂਗੇ ਕਿ ਇੰਨੀ ਦਿਨਾਂ ਵਿੱਚ ਇੰਨੀ ਤਰੀਕ ਤੱਕ ਸਾਨੂੰ ਇਸ ਟਾਇਰ ਦੇਣੇ ਨੇ, ਜਾਂ ਜੋ ਵੀ ਰਾਅ ਮਟੀਰੀਅਲ ਹੈ, ਜੋ ਵੀ ਸਮਾਨ ਹੈ ਉਹ ਸਾਨੂੰ ਦੇਣਾ। ਫਿਰ ਫੋਲੋਇੰਗ ਅਪ ਵਿਦ ਦਾ ਸੋਰਸ, ਇਹ ਵੀ ਪਰਚੇਜਿੰਗ ਪ੍ਰੋਸੀਜਰ ਦੇ ਵਿੱਚ ਹੈ ਕਿ ਉਹਦੇ ਨਾਲ ਸਮੇਂ-ਸਮੇਂ ਉਹਨੂੰ ਪੁੱਛਦੇ ਰਹਿਣਾ ਕਿ ਸਪਲਾਈ ਕਰ ਰਹੇ ਹੋ ਟਾਈਮ ਸਿਰ, ਜਾਂ ਕੋਈ ਇੱਕ ਅੱਧਾ ਦਿਨ ਅੱਗੇ ਪਿੱਛੇ ਇਹਦੇ ਇਨਫੋਰਮ ਵੀ ਕਰਨਾ ਕੰਪਨੀ ਨੂੰ ਕਿ ਉਸ ਹਿਸਾਬ ਨਾਲ ਉਹ ਕੰਮ ਚੱਲਦਾ ਰਹੇ।
ਫਿਰ ਰਿਸੀਵਿੰਗ ਐਂਡ ਇਨਸਪੈਕਟਿੰਗ ਦਾ ਮਟੀਰੀਅਲ, ਜੋ ਮਟੀਰੀਅਲ ਆ ਗਿਆ ਉਹਨੂੰ ਰਿਸੀਵ ਕਰਨਾ ਹੈ, ਫਿਰ ਉਹਦੀ ਇਨਸਪੈਕਸ਼ਨ ਕਰਨੀ ਹੈ ਕਿ ਜੋ ਅਸੀਂ ਮੰਗਿਆ ਉਹੀ ਆਇਆ, ਐਂਡ ਦੈਨ ਪੇਮੈਂਟ ਐਂਡ ਕਲੋਜ਼ਰ ਆਫ ਕੇਸ। ਮਤਲਬ ਉਸ ਦੀ ਜਦੋਂ ਫਾਈਨਲ ਹੋ ਗਿਆ, ਸਾਰਾ ਸਮਾਨ ਆ ਗਿਆ, ਇਨਸਪੈਕਟ ਹੋ ਗਿਆ, ਰਿਸੀਵ ਹੋ ਗਿਆ, ਫਿਰ ਉਸ ਦੀ ਪੇਮੈਂਟ ਕਰਨੀ ਹੈ ਤੇ ਕੇਸ ਜਿਹੜਾ ਇਸ ਤੋਂ ਬਾਅਦ ਕਲੋਜ਼। ਜਸਟ ਇਨ ਟਾਈਮ ਇੱਕ ਨਵੀਂ ਫਿਲੋਸਫੀ ਹੈ। ਇਹ ਫਿਲੋਸਫੀ ਐਜ਼ ਵੈਲ ਐਜ਼ ਕਲੈਕਸ਼ਨ ਆਫ ਮੈਨੇਜਮੈਂਟ ਮੈਥਡ ਐਂਡ ਟੈਕਨੀਕਸ ਯੂਜ਼ ਟੂ ਐਲੀਮੀਨੇਟ ਵੇਸਟ। ਤਾਂ ਇਹਦੇ ਵਿੱਚ ਕਹਿੰਦੇ ਆ ਕਿ ਵੇਸਟ ਨੂੰ ਅਸੀਂ ਐਲੀਮੀਨੇਟ ਕਰਨ ਦੇ ਲਈ ਜਸਟ ਇਨ ਟਾਈਮ ਇੱਕ ਫਿਲੋਸਫੀ ਰੱਖੀ ਹੈ, ਇਹਦਾ ਨਾਮ ਬਣਾਇਆ ਗਿਆ। ਇਹ ਮੈਨੇਜਮੈਂਟ ਮੈਥਡਸ ਹੈ। ਮੰਨ ਲਓ ਵੀ ਉਹ ਕਹਿੰਦੇ ਆ ਕਿ ਅਸੀਂ ਸਟੋਰ ਕਰਨਾ ਹੀ ਨਹੀਂ ਕੁਛ ਵੀ। ਜੇ ਸਾਨੂੰ ਇੱਕ ਦਿਨ 'ਚ ਸਾਡੇ 10,000 ਟਾਇਰ ਲੱਗਦੇ ਆ ਤਾਂ ਉਸੇ ਵੇਲੇ ਹੀ ਸਾਡੇ 10,000 ਟਾਇਰ ਐਂਟਰ ਹੋਣ, 10,000 ਦੇ 10,000 ਅਸੀਂ ਜਗ੍ਹਾ ਜਿੱਥੇ ਜਿੱਥੇ ਲੱਗਣੇ ਉੱਥੇ ਪਹੁੰਚਾ ਦਈਏ, ਕਿ ਅਸੀਂ ਆਪਣੇ ਸਟੋਰ ਦੇ ਵਿੱਚ ਕੁਛ ਨਹੀਂ ਰੱਖਣਾ। ਇੰਸਪੈਕਸ਼ਨ ਹੋ ਗਈ, ਬੰਦਿਆਂ ਨੂੰ ਇਸ਼ੂ ਕਰਨਾ ਨਾਲ ਦੀ ਨਾਲ ਵੀ ਅਸੀਂ ਇਸ ਨੂੰ, ਇਹ ਜਸਟ ਇਨ ਟਾਈਮ। ਕੋਈ ਅਸੀਂ ਸੀਟ ਕਵਰ ਹੈ, ਜਿੰਨੇ ਸੀਟ ਕਵਰ ਅੱਜ ਲੱਗਣੇ ਆ ਸਾਰੇ ਉਸੇ ਤਰ੍ਹਾਂ। ਇਸ ਤਰ੍ਹਾਂ ਦਾ ਵੱਡੀਆਂ ਜਿਹੜੀਆਂ ਕੰਪਨੀਜ਼ ਅੱਜ ਕੱਲ੍ਹ ਇਸ ਫਿਲੋਸਫੀ 'ਤੇ ਚੱਲੀਆਂ ਹੋਈਆਂ ਕਿ ਅਸੀਂ ਸਟਾਕ ਕਰਕੇ ਕੁਛ ਨਹੀਂ ਰੱਖਣਾ, ਸਾਨੂੰ ਜੋ ਚਾਹੀਦਾ ਐਜ਼ ਇਟ ਇਜ਼ ਉਸੇ ਟਾਈਮ ਮਿਲੇ ਤੇ ਅਸੀਂ ਅੱਗੇ ਨਾਲ ਦੀ ਨਾਲ ਹੀ ਉਹਨੂੰ ਜਿੱਥੇ ਕੰਮ ਚੱਲ ਰਿਹਾ ਉੱਥੇ ਉਸ ਨੂੰ ਲਾ ਲਈਏ। ਜਸਟ ਇਨ ਟਾਈਮ ਦੇ ਵਿੱਚ ਜਿਹੜੀਆਂ ਵੇਸਟ ਨੂੰ ਐਲੀਮੀਨੇਟ ਕਰਨ ਦੀ ਗੱਲ ਕੀਤੀ ਗਈ ਹੈ, ਉਹਦੇ ਪ੍ਰੋਮੀਨੈਂਟ ਵੇਸਟ ਇਸ ਤਰ੍ਹਾਂ ਨੇ। ਓਵਰ ਪ੍ਰੋਡਕਸ਼ਨ ਇੱਕ ਵੇਸਟ ਮੰਨੀ ਜਾਂਦੀ ਹੈ ਕਿ ਜਿਹੜੀ ਚੀਜ਼ ਸਾਨੂੰ ਅਸੀਂ ਜ਼ਿਆਦਾ ਆ ਗਿਆ ਰਾ ਮਟੀਰੀਅਲ ਤੇ ਪ੍ਰੋਡਕਸ਼ਨ ਵੀ ਜ਼ਿਆਦਾ ਹੋਏਗੀ, ਓਵਰ ਪ੍ਰੋਡਕਸ਼ਨ ਨੂੰ ਰਿਡਿਊਸ ਕਰੇਗਾ। ਟਰਾਂਸਪੋਰਟੇਸ਼ਨ 'ਤੇ ਖਰਚਾ ਪੈਂਦਾ ਹੈ, ਉਸ ਨੂੰ ਖ਼ਤਮ ਕਰਨਾ ਹੈ। ਪ੍ਰੋਸੈਸਿੰਗ 'ਤੇ ਵੀ ਅਸੀਂ ਘੱਟ ਤੋਂ ਘੱਟ ਖਰਚਾ ਲਾਉਣਾ ਹੈ। ਪ੍ਰੋਡਕਟ ਡਿਫੈਕਟਸ ਵੀ ਘੱਟ ਤੋਂ ਘੱਟ ਕਰਨੇ ਆ। ਇਹ ਵੇਸਟ ਵੀ ਇਹਦੇ ਵਿੱਚ ਹੀ ਅਸੀਂ ਜਸਟ ਇਨ ਟਾਈਮ ਨਾਲ ਵੀ ਅਸੀਂ ਬੰਦ ਕਰ ਸਕਦੇ ਹਾਂ। ਵੇਟਿੰਗ ਟਾਈਮ ਜਾਂ ਆਈਡਲ ਵਿਹਲਾ ਟਾਈਮ ਹੈ ਉਹਨੂੰ ਵੀ ਖ਼ਤਮ ਕਰ ਸਕਦੇ ਹਾਂ। ਓਵਰ ਸਟੋਰੇਜ ਨੂੰ ਵੀ ਖ਼ਤਮ ਕਰਨਾ ਹੈ। ਮੋਸ਼ਨ ਜਾਂ ਮੂਵਮੈਂਟ ਹੈ ਜੋ ਆਪਰੇਸ਼ਨ ਦੀ, ਉਹ ਪੂਰੀ ਸਹੀ ਤਰ੍ਹਾਂ ਚੱਲਦੀ ਰਹਿਣੀ ਚਾਹੀਦੀ ਹੈ, ਇਹ ਵੇਸਟ ਨਾ ਹੋਏ ਕੋਈ ਵੀ ਸਾਡਾ ਪ੍ਰੋਸੀਜਰ ਹੈ। ਸੋ ਇਹ ਸਾਰੀਆਂ ਜਿਹੜੀਆਂ ਜਸਟ ਇਨ ਟਾਈਮ ਜਿਹੜੀ ਫਿਲੋਸਫੀ ਜਾਂ ਮੈਨੇਜਮੈਂਟ ਦੀ ਜਿਹੜੀ ਨਵੀਂ ਟੈਕਨੀਕਸ ਹੈ, ਮੈਥਡ ਹੈ, ਉਹਨਾਂ ਦੇ ਨਾਲ ਇਹ ਐਲੀਮੀਨੇਟ ਕੀਤੀਆਂ ਜਾ ਸਕਦੀਆਂ। ਇਸ ਦੇ ਨਾਲ ਹੀ ਜੋ ਅੱਜ ਦਾ ਆਪਣਾ ਟੌਪਿਕ ਹੈ ਮਟੀਰੀਅਲ ਐਂਡ ਸਟੋਰ ਮੈਨੇਜਮੈਂਟ, ਇਹ ਪੂਰਾ ਹੁੰਦਾ। ਅਗਲੇ ਲੈਕਚਰ ਦੇ ਵਿੱਚ ਜੋ ਇਸ ਦਾ ਨੈਕਸਟ ਮੈਨੇਜਮੈਂਟ ਸਕੋਪ ਹੈ, ਨੈਕਸਟ ਏਰੀਆ ਹੈ ਮਾਰਕੀਟਿੰਗ ਐਂਡ ਸੇਲਸ, ਉਹਦੇ ਬਾਰੇ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।